ਚਲੋ ਅੱਜ ਕੈਪੀਟਲ ਗੇਨਸ ਟੈਕਸ ਦੀ ਗੱਲ ਕਰਦੇ ਹਾਂ ਬਿਲਕੁਲ ਸ਼ੁਰੂ ਤੋਂ। ਦੇਖੋ, ਜੇ ਕੋਈ ਸਟਾਕ, ਪ੍ਰਾਪਰਟੀ ਜਾਂ ਕਿਸੇ ਵੀ ਚੀਜ਼ ਵਿੱਚ ਪੈਸਾ ਲਗਾਉਂਦਾ ਹੈ ਨਾ, ਤਾਂ ਇਸ ਟੈਕਸ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ। ਤਾਂ ਫਿਰ ਆਓ ਸ਼ੁਰੂ ਕਰੀਏ। ਤਾਂ ਸੋਚੋ, ਕਿਸੇ ਨਿਵੇਸ਼ ਤੇ ਚੰਗਾ ਖਾਸਾ ਮੁਨਾਫਾ ਹੋ ਗਿਆ। ਵਾਹ, ਬਹੁਤ ਵਧੀਆ ਗੱਲ ਹੈ ਨਾ? ਪਰ ਜਿਵੇਂ ਹੀ ਖੁਸ਼ੀ ਹੁੰਦੀ ਹੈ, ਦਿਮਾਗ ਵਿੱਚ ਇੱਕ ਸਵਾਲ ਵੀ ਆਉਂਦਾ ਹੈ, ਯਾਰ ਇਸ ਤੇ ਟੈਕਸ ਕਿੰਨਾ ਦੇਣਾ ਪਵੇਗਾ? ਬਸ ਇਹੀ ਉਹ ਪਲ ਹੈ ਜਿੱਥੋਂ ਕੈਪੀਟਲ ਗੇਨਸ ਟੈਕਸ ਦੀ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ। ਤਾਂ ਫਿਰ ਇਹ ਹੈ ਕੀ ਚੀਜ਼? ਜੇ ਬਿਲਕੁਲ ਸਿੱਧੇ-ਸਾਦੇ ਸ਼ਬਦਾਂ 'ਚ ਕਹੀਏ ਤਾਂ ਇਹ ਨਿਵੇਸ਼ ਤੋਂ ਹੋਣ ਵਾਲੇ ਮੁਨਾਫੇ ਤੇ ਲੱਗਣ ਵਾਲਾ ਇੱਕ ਟੈਕਸ ਹੈ। ਚਲੋ ਇਸ ਨੂੰ ਥੋੜਾ ਹੋਰ ਖੋਲ ਕੇ ਸਮਝਦੇ ਹਾਂ। ਦੇਖੋ, ਕੈਪੀਟਲ ਗੇਨਸ ਟੈਕਸ ਉਦੋਂ ਲੱਗਦਾ ਹੈ ਜਦੋਂ ਕੋਈ ਆਪਣੀ ਸੰਪਤੀ ਮਤਲਬ ਐਸੈਟ ਨੂੰ ਉਸ ਦੀ ਖਰੀਦ ਕੀਮਤ ਤੋਂ ਵੱਧ ਤੇ ਵੇਚਦਾ ਹੈ। ਅਤੇ ਇੱਥੇ ਸਭ ਤੋਂ ਜ਼ਰੂਰੀ ਗੱਲ ਪਤਾ ਕੀ ਹੈ? ਟੈਕਸ ਪੂਰੀ ਵੇਚੀ ਹੋਈ ਰਕਮ ਤੇ ਨਹੀਂ ਲੱਗਦਾ। ਨਹੀਂ, ਇਹ ਸਿਰਫ ਤੇ ਸਿਰਫ ਉਸ ਮੁਨਾਫੇ ਤੇ ਯਾਨੀ ਗੇਨ ਤੇ ਲੱਗਦਾ ਹੈ। ਅੱਛਾ, ਹੁਣ ਆਂਦੀ ਹੈ ਸਭ ਤੋਂ ਦਿਲਚਸਪ ਗੱਲ। ਇਸ ਟੈਕਸ ਦਾ ਹਿਸਾਬ ਕਿਤਾਬ ਕਿਵੇਂ ਹੁੰਦਾ ਹੈ? ਸਾਰਾ ਖੇਲ ਪਤਾ ਹੈ ਇੱਕ ਬਹੁਤ ਹੀ ਸਧਾਰਨ ਜੀ ਚੀਜ਼ ਦਾ ਹੈ, ਸਮਾਂ ਤੇ ਖਾਸ ਕਰਕੇ ਇੱਕ ਸਾਲ ਦੀ ਲਕੀਰ ਦਾ। ਸਾਰਾ ਹਿਸਾਬ ਕਿਤਾਬ ਬਸ ਇਸ ਇੱਕ ਸਵਾਲ ਤੇ ਆ ਕੇ ਖੜਾ ਹੋ ਜਾਂਦਾ ਹੈ, ਉਹ ਸੰਪਤੀ ਵੇਚਣ ਤੋਂ ਪਹਿਲਾਂ ਕਿੰਨਾ ਚਿਰ ਕੋਲ ਰੱਖੀ ਗਈ ਸੀ। ਬਸ ਇਹੀ, ਇਸ ਸਵਾਲ ਦਾ ਜਵਾਬ ਹੀ ਸਭ ਕੁਝ ਤੈਅ ਕਰਦਾ ਹੈ ਕਿ ਟੈਕਸ ਦਾ ਕਿਹੜਾ ਨਿਯਮ ਲੱਗੇਗਾ। ਸਮਝੋ, ਇਹ ਟੈਕਸ ਸਿਸਟਮ ਦਾ ਸਭ ਤੋਂ ਵੱਡਾ ਮੋੜ ਹੈ। ਤਾਂ ਇਹ ਇੱਕ ਸਾਲ ਦੀ ਲਕੀਰ ਕੀ ਕਰਦੀ ਹੈ? ਇਹ ਮੁਨਾਫੇ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੰਦੀ ਹੈ। ਜੇ ਕੋਈ ਆਪਣੀ ਸੰਪਤੀ 1 ਸਾਲ ਤੋਂ ਪਹਿਲਾਂ ਵੇਚ ਦਿੰਦਾ ਹੈ ਤਾਂ ਉਸ ਮੁਨਾਫੇ ਨੂੰ ਕਹਿੰਦੇ ਹਾਂ ਸ਼ਾਰਟ ਟਰਮ ਕੈਪੀਟਲ ਗੇਨ, ਤੇ ਜੇ 1 ਸਾਲ ਤੋਂ ਬਾਅਦ ਵੇਚਿਆ ਤਾਂ ਉਹ ਬਣ ਜਾਂਦਾ ਹੈ ਲੌਂਗ ਟਰਮ ਕੈਪੀਟਲ ਗੇਨ। ਤੇ ਯਾਦ ਰੱਖਣਾ, ਦੋਵਾਂ ਦੇ ਟੈਕਸ ਨਿਯਮ ਜ਼ਮੀਨ ਆਸਮਾਨ ਦਾ ਫਰਕ ਹੈ। ਚਲੋ ਪਹਿਲਾਂ ਸ਼ਾਰਟ ਟਰਮ ਗੇਨ ਦੀ ਗੱਲ ਕਰਦੇ ਹਾਂ, ਮਤਲਬ ਜਦੋਂ ਕੋਈ ਆਪਣਾ ਨਿਵੇਸ਼ 1 ਸਾਲ ਦੇ ਅੰਦਰ ਵੇਚ ਦਿੰਦਾ ਹੈ। ਇੱਥੇ ਹਿਸਾਬ ਬਹੁਤ ਸੌਖਾ ਹੈ, ਕੋਈ ਲੰਬੀ ਚੌੜੀ ਗੱਲ ਨਹੀਂ। ਸ਼ਾਰਟ ਟਰਮ ਕੈਪੀਟਲ ਗੇਨ ਤੇ ਸਿੱਧਾ 15% ਦਾ ਫਲੈਟ ਟੈਕਸ ਲੱਗਦਾ ਹੈ। ਮਤਲਬ ਜਿੰਨਾ ਵੀ ਮੁਨਾਫਾ ਹੋਇਆ ਉਸ ਦਾ 15% ਟੈਕਸ ਵਿੱਚ ਚਲਾ ਜਾਵੇਗਾ। ਬਸ ਠੀਕ ਹੈ, ਹੁਣ ਸਿੱਕੇ ਦਾ ਦੂਜਾ ਪਾਸਾ ਦੇਖਦੇ ਹਾਂ, ਲੌਂਗ ਟਰਮ ਕੈਪੀਟਲ ਗੇਨਸ। ਇੱਥੇ ਆ ਕੇ ਨਾ ਸਾਰੇ ਨਿਯਮ ਬਦਲ ਜਾਂਦੇ ਹਨ ਅਤੇ ਇੱਥੇ ਨਿਵੇਸ਼ਕਾਂ ਲਈ ਕੁਝ ਫਾਇਦਾ ਵੀ ਹੈ। ਲੌਂਗ ਟਰਮ ਵਿੱਚ ਦੋ ਗੱਲਾਂ ਹਨ। ਪਹਿਲੀ, 1 ਸਾਲ ਵਿੱਚ ਹੋਏ ਮੁਨਾਫੇ ਦੇ ਪਹਿਲੇ 1 ਲੱਖ ਰੁਪਏ ਤੇ ਜ਼ੀਰੋ ਟੈਕਸ, ਕੋਈ ਟੈਕਸ ਨਹੀਂ, ਉਹ ਪੂਰੀ ਤਰ੍ਹਾਂ ਟੈਕਸ ਫ੍ਰੀ ਹੈ। ਤੇ ਦੂਜੀ ਗੱਲ, 1 ਲੱਖ ਤੋਂ ਉੱਪਰ ਜਿੰਨਾ ਵੀ ਮੁਨਾਫਾ ਹੋਵੇਗਾ ਉਸ ਤੇ ਸਿਰਫ 10% ਟੈਕਸ ਲੱਗੇਗਾ। ਹੁਣ ਸਵਾਲ ਇਹ ਹੈ ਕਿ ਇਹ ਨਿਯਮ ਅਸਲ ਵਿੱਚ ਕੰਮ ਕਿਵੇਂ ਕਰਦੇ ਨੇ? ਇਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਨਾ ਆਓ ਇੱਕ ਉਦਾਹਰਨ ਦੇਖਦੇ ਹਾਂ। ਤਾਂ ਸਥਿਤੀ ਕੁਝ ਇਸ ਤਰ੍ਹਾਂ ਹੈ, ਮੰਨ ਲਓ ਇੱਕ ਸੰਪਤੀ 100 ਰੁਪਏ ਵਿੱਚ ਖਰੀਦੀ, ਉਸ ਨੂੰ 2 ਸਾਲ ਆਪਣੇ ਕੋਲ ਰੱਖਿਆ ਗਿਆ, ਯਾਨੀ 1 ਸਾਲ ਤੋਂ ਵੱਧ ਸਮੇਂ ਲਈ, ਅਤੇ ਫਿਰ 250 ਰੁਪਏ ਵਿੱਚ ਵੇਚ ਦਿੱਤਾ ਗਿਆ। ਤਾਂ ਇਹ ਬਿਲਕੁਲ ਸਾਫ਼ ਲੌਂਗ ਟਰਮ ਗੇਨ ਦਾ ਕੇਸ ਹੈ। ਠੀਕ ਹੈ, ਹੁਣ ਇਸ ਦਾ ਹਿਸਾਬ ਲਗਾਉਂਦੇ ਹਾਂ ਸਟੈਪ ਬਾਈ ਸਟੈਪ। ਸਭ ਤੋਂ ਪਹਿਲਾਂ ਕੁੱਲ ਮੁਨਾਫਾ ਕਿੰਨਾ ਹੋਇਆ? 250 ਰੁਪਏ ਵਿੱਚ ਵੇਚਿਆ, 100 ਵਿੱਚ ਖਰੀਦਿਆ ਸੀ, ਤਾਂ ਮੁਨਾਫਾ ਹੋਇਆ 150 ਰੁਪਏ। ਹੁਣ ਕਿਉਂਕਿ ਇਹ ਲੌਂਗ ਟਰਮ ਹੈ, ਇਸ ਤੇ ਛੋਟ ਮਿਲੇਗੀ। ਅਸਲੀ ਛੋਟ ਤਾਂ 1 ਲੱਖ ਦੀ ਹੈ, ਪਰ ਇਸ ਉਦਾਹਰਣ ਨੂੰ ਸੌਖਾ ਰੱਖਣ ਲਈ ਮੰਨ ਲੈਂਦੇ ਹਾਂ ਕਿ 100 ਰੁਪਏ ਟੈਕਸ ਫ੍ਰੀ ਹਨ। ਤਾਂ 150 ਦੇ ਮੁਨਾਫੇ ਵਿੱਚੋਂ 100 ਰੁਪਏ ਕੱਢ ਦਿੱਤੇ, ਪਿੱਛੇ ਬਚੇ 50 ਰੁਪਏ। ਇਹ ਹੈ ਟੈਕਸ ਲੱਗਣ ਵਾਲੀ ਰਕਮ, ਤੇ ਹੁਣ ਇਸ 50 ਰੁਪਏ ਤੇ 10% ਦੇ ਹਿਸਾਬ ਨਾਲ ਟੈਕਸ ਲੱਗੇਗਾ। ਤਾਂ ਫਾਈਨਲ ਟੈਕਸ ਕਿੰਨਾ ਬਣਿਆ? ਸਿਰਫ 5 ਰੁਪਏ। ਦੇਖਿਆ, ਇਸ ਪੂਰੇ ਸੌਦੇ ਤੇ ਸਿਰਫ 5 ਰੁਪਏ ਦਾ ਟੈਕਸ ਲੱਗਿਆ। ਇੱਥੋਂ ਸਾਫ਼ ਪਤਾ ਲੱਗਦਾ ਹੈ ਕਿ ਲੰਬੇ ਸਮੇਂ ਲਈ ਪੈਸਾ ਲਗਾਉਣ ਤੇ ਟੈਕਸ ਦੇ ਨਿਯਮ ਕਿੰਨੇ ਜ਼ਿਆਦਾ ਫਾਇਦੇਮੰਦ ਹੋ ਸਕਦੇ ਨੇ। ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਹੈ? ਆਓ ਇੱਕ ਵਾਰ ਫਟਾਫਟ ਸਾਰੀਆਂ ਗੱਲਾਂ ਨੂੰ ਦੁਹਰਾ ਲਈਏ ਤਾਂ ਕਿ ਸਭ ਕੁਝ ਬਿਲਕੁਲ ਸਾਫ਼ ਹੋ ਜਾਵੇ। ਦੇਖੋ, ਸ਼ਾਰਟ ਟਰਮ ਵਿੱਚ ਕੋਈ ਟੈਕਸ ਛੂਟ ਨਹੀਂ ਤੇ ਸਿੱਧਾ 15% ਟੈਕਸ। ਦੂਜੇ ਪਾਸੇ ਲੌਂਗ ਟਰਮ ਵਿੱਚ ਪਹਿਲਾ 1 ਲੱਖ ਰੁਪਇਆ ਬਿਲਕੁਲ ਟੈਕਸ ਫ੍ਰੀ, ਤੇ ਉਸ ਤੋਂ ਉੱਪਰ ਦੀ ਕਮਾਈ ਤੇ ਸਿਰਫ 10%। ਦੋਵਾਂ ਵਿੱਚ ਫਰਕ ਬਹੁਤ ਵੱਡਾ ਹੈ ਅਤੇ ਬਿਲਕੁਲ ਸਾਫ਼ ਦਿਖਾਈ ਦਿੰਦਾ ਹੈ। ਜੇ ਸਾਰੀ ਚਰਚਾ ਵਿੱਚੋਂ ਸਿਰਫ ਇੱਕ ਗੱਲ ਯਾਦ ਰੱਖਣੀ ਹੋਵੇ ਨਾ, ਤਾਂ ਉਹ ਹੈ 1 ਸਾਲ ਵਾਲੀ ਲਕੀਰ। 1 ਸਾਲ ਦਾ ਸਮਾਂ ਟੈਕਸ ਦੇ ਪੂਰੇ ਹਿਸਾਬ ਕਿਤਾਬ ਨੂੰ ਬਦਲ ਕੇ ਰੱਖ ਦਿੰਦਾ ਹੈ। ਸੱਚੀ, ਕਈ ਵਾਰ ਤਾਂ ਇੱਕ ਦਿਨ ਦਾ ਫਰਕ ਵੀ ਟੈਕਸ ਦੀ ਰਕਮ ਵਿੱਚ ਬਹੁਤ ਵੱਡਾ ਬਦਲਾਵ ਲਿਆ ਸਕਦਾ ਹੈ। ਤੇ ਜਾਂਦੇ ਇੱਕ ਸਵਾਲ ਛੱਡ ਜਾਂਦੇ ਆ ਸੋਚਣ ਲਈ। ਹੁਣ ਜਦੋਂ ਇਹ ਪਤਾ ਲੱਗ ਗਿਆ ਹੈ ਕਿ 1 ਸਾਲ ਦੀ ਹੱਦ ਪਾਰ ਕਰਨ ਨਾਲ ਟੈਕਸ ਤੇ ਇੰਨਾ ਵੱਡਾ ਅਸਰ ਪੈਂਦਾ ਹੈ, ਤਾਂ ਇਹ ਨਿਯਮ ਕਿਸੇ ਨਿਵੇਸ਼ਕ ਦੇ ਵੇਚਣ ਦੇ ਫੈਸਲੇ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹੋਣਗੇ, ਇਸ ਬਾਰੇ ਸੋਚਣਾ ਜ਼ਰੂਰ।